जगत ਅਤੇ देश दुनिया की हर वड्डी तो वड्डी खबर ਲਈ ਹੁਣੇ ਕਰੋ ਸਾਡੇ ਚੈਨਲ ਪੰਜਾਬ ਆਪ ਨਿਊਜ਼ ਨੂੰ ਸਬਸਕ੍ਰਾਈਬ ਅਤੇ ਵੈਬਸਾਈਟ ਤੇ ਬ੍ਰੇਕਿੰਗ ਨਿਊਜ਼ ਦੇਖਣ ਲਈ ਜਾਓ www.punjabapnews.com ਤੇ। ਸੋ ਪਿਛਲੇ ਸਾਲ ਮਾਰਚ ਮਹੀਨੇ 'ਚ 12-13 ਮਾਰਚ ਨੂੰ ਆਪਣੇ ਇਲਾਕੇ 'ਚ ਅਸਮਾਨੀ ਕਹਿਰ ਵਰਤਿਆ ਸੀ। ਗੜੇਮਾਰੀ ਹੋਈ ਸੀ ਬਹੁਤ ਭਾਰੀ, ਜਿਹਦੀ 2 ਦਿਨ ਤੱਕ ਬਰਫ਼ ਪਿੰਡਾਂ 'ਚ ਪਈ ਰਹੀ। ਆਏ ਸੀ ਅਧਿਕਾਰੀ ਤੇ ਮਿੱਠੀਆਂ ਜਿਹੀਆਂ ਗੋਲੀਆਂ ਦੇ ਕੇ ਚਲੇ ਗਏ ਕਿ ਕੋਵਿਡ ਦਾ ਸਮਾਂ ਹੈ, ਸਾਡੇ ਕੋਲੇ ਫਾਈਲਾਂ ਨਹੀਂ ਪਹੁੰਚੀਆਂ, ਸਾਡੇ ਕੋਲੇ पूरा डाटा नहीं है। और हम अपने स्कूल में और कॉलेजेस में और यूनिवर्सिटीज़ में बच्चों को पढ़ाते हैं कि जुल्म करना अगर पाप है तो जुल्म सहना भी पाप है। मैं यही कहना चाहूँगी, जो लोग सो रहे हैं प्लीज़ उठिए और इन लोगों के साथ खड़े होइए, चाहे वो कोई भी वर्ग है, वकील है, डॉक्टर है, टीचर्स हैं, सबको इनके साथ खड़े होना चाहिए। अमरिंदर सिंह की सरकार है जिन्होंने इतने झूठे झूठे वादे कर 2017 में अपनी सरकार बनाई, बट अब 22 में भूल जाएं कि वो अपनी सरकार बनाएंगे, क्योंकि अब आम लोग को पता चल गया है कि उन्होंने किसी के लिए कुछ नहीं किया। अज तो सुनाने खातर खड़े हैं, सुनना तो उन्होंने चाहिए 22 इलेक्शन आ गए, नहीं अभी सुना दूंगे। फिर कितना सुनाऊंगा जी 22 इलेक्शन? सारे पता है मोहर मैं अकाली दल गए, मैं बादल गए नहीं गया, तू कहे अकाली दल सारा अंबरसर है अपने इश्तगढ़ जुड़े हुए उसी का पंजा था जब चंडीगढ़ बनी। कीर्ति सिंह आजाद खड़ा था जयपुर के मुकाबले में, वोट पाओ पंजे तक दो पिछी गंजे जब कहते इन्होंने पंजा ले लिया, कांग्रेस ने अभी तकड़ी ले ली। इको ये चट्टे बट्टे सब इको होने प्रजा नक में दम दे मैं सुनना भी पैंदा, जे पूरे जमे रहे मुआवजा लेकर हटूंगे। सरकार तो दिल्ली ਨੂੰ जा रही है सरकार बचाने ਲਈ, ਆਪਣੀਆਂ ਗੱਦੀਆਂ ਕੁਰਸੀਆਂ ਦੀ ਚਿੰਤਾ ਉਹਨਾਂ ਨੂੰ ਇੱਥੇ ਲੋਕ ਕੋਵਿਡ ਨਾਲ ਮਰਦੇ ਆ, ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ, ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਲੋਕਾਂ ਦਾ ਬੁਰਾ ਹਾਲ ਹੈ, ਸਿਹਤ ਸਹੂਲਤਾਂ ਕੱਖ ਨਹੀਂ ਹੈ, ਉਹਨਾਂ ਨੂੰ ਕੋਈ ਚਿੰਤਾ ਨਹੀਂ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਆਪ ਨਿਊਜ਼ ਤੇ ਮੈਂ ਹਾਂ ਜਗਦੀਸ਼ ਸਿੰਘ। ਪਿਛਲੇ ਸਾਲ ਜੋ ਗੜੇਮਾਰੀ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਸੀ, ਉਸ ਨੂੰ ਲੈ ਕੇ ਲਗਾਤਾਰ ਜੋ ਕਿਸਾਨ ਵੀਰ ਨੇ ਪ੍ਰਸ਼ਾਸਨ ਤੱਕ ਅਪਰੋਚ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਗੜੇਮਾਰੀ ਦਾ ਜੋ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਦਿੱਤਾ ਜਾਵੇ। ਪਿਛਲੇ ਦਿਨੀ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਇਕੱਠੇ ਹੋ ਕੇ ਇੱਕ ਪਿੰਡ ਦੇ ਵਿੱਚ ਮਤਾ ਵੀ ਪਾਇਆ ਸੀ ਤੇ ਪ੍ਰਸ਼ਾਸਨ ਨੂੰ ਅਲਟੀਮੇਟਮ ਵੀ ਦਿੱਤਾ ਸੀ ਕਿ ਜੇਕਰ 4 ਤਰੀਕ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਇੱਕ ਵੱਡਾ ਰੋਸ ਪ੍ਰਦਰਸ਼ਨ ਇਲਾਕੇ ਵਿੱਚ ਕੀਤਾ ਜਾਏਗਾ। ਅੱਜ ਬੜੌਦੀ ਟੋਲ ਪਲਾਜ਼ਾ ਦੇ ਉੱਤੇ ਇੱਕ ਉਹੀ ਸੰਘਰਸ਼ ਵੱਡਾ ਰੂਪ ਧਾਰਦਾ ਨਜ਼ਰ ਆ ਰਿਹਾ ਤੇ ਬਹੁਤ ਸਾਰੇ ਜੋ ਪਿੰਡਾਂ ਦੀਆਂ ਪੰਚਾਇਤਾਂ ਨੇ ਸੈਂਕੜੇ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਭਰ ਕੇ ਅੱਜ ਇੱਥੇ ਚੱਕਾ ਜਾਮ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਇਸ ਤਰ੍ਹਾਂ ਹੀ ਜਾਰੀ ਰਹੇਗਾ। ਗੱਲਬਾਤ ਕਰਦੇ ਹਾਂ ਇੱਥੇ ਪੁੱਜੇ ਕੁਝ ਪਿੰਡਾਂ ਦੇ ਨੁਮਾਇੰਦਿਆਂ ਦੇ ਨਾਲ ਕਿ ਕੀ ਹੈ ਰਣਨੀਤੀ ਤੇ ਅੱਗੇ ਦੀ ਵਿਊਤਬੰਦੀ ਕਿਸ ਤਰ੍ਹਾਂ ਬਣਾਈ ਜਾ ਰਹੀ ਹੈ। ਨਾਮ ਹੈ ਜੀ ਗੁਰਪ੍ਰੀਤ ਸਿੰਘ ਕਾਦੀ ਮਾਜਰਾ, ਮੈਂ ਲੋਕ ਹਿੱਤ ਮਿਸ਼ਨ ਦਾ ਮੈਂਬਰ ਹਾਂ ਜੋ ਇੱਥੇ ਧਰਨਾ ਕਿਸਾਨੀ ਸੰਘਰਸ਼ ਚੱਲ ਰਿਹਾ 8 ਮਹੀਨੇ ਤੋਂ ਬੜੌਦੀ ਟੋਲ ਤੇ ਉਹਦਾ ਮੈਂਬਰ ਹੈ। ਸੋ ਪਿਛਲੇ ਸਾਲ ਮਾਰਚ ਮਹੀਨੇ 'ਚ 12-13 ਮਾਰਚ ਨੂੰ ਆਪਣੇ ਇਲਾਕੇ 'ਚ ਅਸਮਾਨੀ ਕਹਿਰ ਵਰਤਿਆ ਸੀ। ਗੜੇਮਾਰੀ ਹੋਈ ਸੀ ਬਹੁਤ ਭਾਰੀ, ਜਿਹਦੀ 2 ਦਿਨ ਤੱਕ ਬਰਫ਼ ਪਿੰਡਾਂ 'ਚ ਪਈ ਰਹੀ। ਫੋਟੋਆਂ ਵੀ ਖਿੱਚੀਆਂ ਸੀਗੀਆਂ, ਅਖਬਾਰਾਂ 'ਚ ਨਿਊਜ਼ਾਂ ਲੱਗੀਆਂ ਸੀਗੀਆਂ, ਪ੍ਰਸ਼ਾਸਨ ਦੇ ਅਧਿਕਾਰੀ ਵੀ ਆਏ ਸੀ, ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਵੀ ਆਏ ਸੀ। ਸੋ ਸਾਰਿਆਂ ਨੇ ਇਹ ਕਿਹਾ ਸੀਗਾ ਵੀ ਤੁਹਾਨੂੰ ਬਣਦਾ ਤੁਹਾਡਾ ਹੱਕ ਦਿੱਤਾ ਜਾਊਗਾ, ਤੁਹਾਨੂੰ ਬਣਦਾ ਤੁਹਾਡਾ ਮੁਆਵਜ਼ਾ ਦਿੱਤਾ ਜਾਊਗਾ। ਸੋ ਅੱਜ 14 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਇਲਾਕੇ ਨੂੰ 7-8 ਪਿੰਡਾਂ 'ਚ ਜਿਨ੍ਹਾਂ ਦਾ ਨੁਕਸਾਨ 100% 100 ਹੋਇਆ ਸੀ ਉਹਨਾਂ ਨੂੰ 1 ਰੁਪਈਆ ਮੁਆਵਜ਼ਾ ਨਹੀਂ ਮਿਲਿਆ। ਸੋ ਇਲਾਕੇ ਨੇ ਇਕੱਠੇ ਹੋ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਪਿੰਡ ਮੁੰਦੋਂ 'ਚ, ਅਲਟੀਮੇਟ ਦਿੱਤਾ ਸੀਗਾ 4 ਜੂਨ ਦਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ, ਪਰ ਪ੍ਰਸ਼ਾਸਨ ਤੇ ਸਰਕਾਰ ਦੇ ਕੋਈ ਕੰਨਾਂ ਤੇ ਬਹੁਤੀ ਜੂੰ ਨਹੀਂ ਸਰਕੀ। ਆਏ ਸੀ ਅਧਿਕਾਰੀ ਤੇ ਮਿੱਠੀਆਂ ਜਿਹੀਆਂ ਗੋਲੀਆਂ ਦੇ ਕੇ ਚਲੇ ਗਏ ਕਿ ਕੋਵਿਡ ਦਾ ਸਮਾਂ ਹੈ, ਸਾਡੇ ਕੋਲੇ ਫਾਈਲਾਂ ਨਹੀਂ ਪਹੁੰਚੀਆਂ, ਸਾਡੇ ਕੋਲੇ
ਪੂਰਾ ਡਾਟਾ ਨਹੀਂ ਹੈ। ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹਨਾਂ ਨੇ 1 ਰੁਪਈਆ ਨਹੀਂ ਦਿੱਤਾ ਇਲਾਕੇ ਨੂੰ। ਸੋ ਇਲਾਕਾ ਇਕੱਠਾ ਹੋ ਕੇ ਅੱਜ 4 ਜੂਨ ਨੂੰ ਜੋ ਕਾਲ ਦਿੱਤੀ ਸੀਗੀ ਇਸ ਬੜੌਦੀ ਟੋਲ ਤੇ, ਉਹ ਅਸੀਂ ਜਾਮ ਲਾਇਆ ਹੋਇਆ। ਸਰ ਜਿਹੜਾ ਤੁਸੀਂ ਅੱਜ ਕਿਹੜੇ ਪੈਨ ਥੱਲੇ ਕਰ ਰਹੇ ਹੋ? ਇਹ ਇਲਾਕਾ ਜੀ, ਅਸੀਂ ਇੱਕ ਕਿਸਾਨ ਜਥੇਬੰਦੀ ਹੈ, ਸਾਡੀ ਲੋਕ ਹਿੱਤ ਮਿਸ਼ਨ ਉਰੇ ਬਣੀ ਹੋਈ ਹੈ। ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਇਹਦੇ 'ਚ ਮੈਂਬਰ ਹੈ, ਇਲਾਕੇ ਦੀ ਹੀ ਇਹ ਜਥੇਬੰਦੀ ਹੈ। ਤੁਹਾਡੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਿਸੇ ਨਾਲ ਗੱਲਬਾਤ ਹੋਈ ਸੀ? ਜ਼ਿਲ੍ਹਾ ਪ੍ਰਸ਼ਾਸਨ ਤੋਂ ਆਏ ਸੀਗੇ ਜੀ, ਨਾਇਬ ਤਹਿਸੀਲਦਾਰ ਸਾਹਿਬ ਆਏ ਸੀ। ਉਹ ਆ ਕੇ ਕਹਿੰਦੇ ਵੀ ਤੁਸੀਂ ਆਪਣਾ ਜਿਹੜਾ 4 ਜੂਨ ਦਾ ਇਹ ਧਰਨਾ ਕਹਿੰਦੇ ਸੀਗੇ, ਉਹ ਇਹਨੂੰ ਗਾਂਹ ਪਾਉਣ ਵਾਸਤੇ ਬੋਲਦੇ ਸੀ ਵੀ ਅਸੀਂ ਦਵਾ ਦਾਂਗੇ ਮੁਆਵਜ਼ਾ। ਕੋਵਿਡ ਕਰਕੇ ਹਲੇ ਫਾਈਲਾਂ ਨਹੀਂ ਆਈਆਂ ਤੇ ਜਿਹੜੇ ਕਲਰਕ ਨੇ ਉਹਨਾਂ ਦੀ ਹੜਤਾਲ ਚੱਲਦੀ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀਗੇ। ਅਸੀਂ ਉਹਨਾਂ ਨੂੰ ਪੁੱਛਿਆ ਵੀ 14 ਮਹੀਨੇ ਹੋ ਚੁੱਕੇ ਹੈ, ਜਦੋਂ 14 ਮਹੀਨਿਆਂ 'ਚ ਕੰਮ ਨਹੀਂ ਹੋਇਆ ਤਾਂ 1 ਹਫ਼ਤੇ 'ਚ ਕਿਵੇਂ ਹੋ ਜਾਊਗਾ। ਆਈਡੀ ਮੜੇ ਜਾਨੀ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜੀ ਰਵਿੰਦਰ ਸਿੰਘ ਬੈਂਸ ਬਿੰਦਰਖ ਤੋਂ। ਹਾਂਜੀ, ਤੇ ਤੁਸੀਂ ਇਹੀ ਪੁੱਛਣਾ ਚਾਹੁੰਦੇ ਆ। ਪਹਿਲਾਂ ਤਾਂ ਮੈਂ ਸਾਰੇ ਮੀਡੀਆ ਦਾ ਤੁਹਾਡਾ ਧੰਨਵਾਦ ਕਰਦਾ। ਤੁਸੀਂ ਜਿਹੜੇ ਇਲਾਕੇ ਦੇ ਮਸਲੇ ਆ ਉਹਨਾਂ ਨੂੰ ਤੁਸੀਂ ਬਾਖੂਬੀ ਬਹੁਤ ਹੀ ਸੋਹਣੇ ਢੰਗ ਨਾਲ ਪ੍ਰਸ਼ਾਸਨ ਦੇ ਅੱਗੇ ਉਠਾਉਂਦੇ ਆ। ਪਰ ਪ੍ਰਸ਼ਾਸਨ ਤੇ ਸਰਕਾਰ ਤਾਂ ਦਿੱਲੀ ਨੂੰ ਜਾ ਰਹੀ ਹੈ ਸਰਕਾਰ ਬਚਾਉਣ ਲਈ। ਆਪਣੀਆਂ ਗੱਦੀਆਂ ਕੁਰਸੀਆਂ ਦੀ ਚਿੰਤਾ ਉਹਨਾਂ ਨੂੰ ਇੱਥੇ ਲੋਕ ਕੋਵਿਡ ਨਾਲ ਮਰਦੇ ਆ, ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ, ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਲੋਕਾਂ ਦਾ ਬੁਰਾ ਹਾਲ ਹੈ, ਸਿਹਤ ਸਹੂਲਤਾਂ ਕੱਖ ਨਹੀਂ ਹੈ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਇਹ ਸਰਕਾਰ ਕੱਲੀ ਪੰਜਾਬ ਦਾ ਨਹੀਂ, ਕੱਲੀ ਇਹ ਸਾਰੇ ਦੇਸ਼ ਦੀਆਂ ਜਿਹੜੀਆਂ ਸਟੇਟ ਸਰਕਾਰਾਂ ਤੇ ਸੈਂਟਰ ਦੀ ਸਰਕਾਰ ਦਾ ਆਹੀ ਹਾਲ ਹੈ। ਜਿਹੜਾ ਅੱਜ ਧਰਨਾ ਲਗਾਇਆ ਇਹਦਾ ਮਕਸਦ ਕੀ ਹੈ? ਇਹਦਾ ਮਕਸਦ ਤੁਹਾਨੂੰ ਮੇਰੇ ਸਾਥੀ ਗੁਰਪ੍ਰੀਤ ਨੇ, ਹੋਰ ਲੰਬੜਦਾਰ ਜੀ ਨੇ ਵੀ ਦੱਸਿਆ। ਇਹ ਮੁੱਦਾ ਇਹ ਹੈ ਵੀ ਗੌਰਮੈਂਟ ਕਹਿੰਦੇ ਆ ਵੀ ਮਿੰਟ ਦੀ ਗੌਰ ਕਰਦੀ ਹੈ। ਪਿਛਲੇ 14 ਮਹੀਨੇ ਤੋਂ ਲੋਕਾਂ ਨੂੰ 1 ਰੁਪਿਆ ਮੁਆਵਜ਼ਾ ਨਹੀਂ ਦਿੱਤਾ, ਜਿਨ੍ਹਾਂ ਦਾ 100/100 ਖਰਾਬਾ ਹੋ ਗਿਆ। ਜਿਹੜੀ ਇਹ ਆਪਣੀ ਹਾੜੀ ਦੀ ਫਸਲ ਹੁੰਦੀ ਹੈ, ਇਹ ਤੇ ਲੋਕਾਂ ਦੀਆਂ ਬਹੁਤ ਆਸਾਂ ਹੁੰਦੀਆਂ। ਕਣਕ, ਗੰਨਾ, ਬਰਸੀਨ, ਮਤਲਬ ਕਿ ਇੰਨਾ ਜ਼ਿਆਦਾ ਪਿਛਲੀ 12-13 ਮਾਰਚ ਨੂੰ 2020 'ਚ ਇੰਨਾ ਜ਼ਿਆਦਾ ਉਹ ਹੋਈ ਸੀਗੀ ਗੜੇਮਾਰੀ, ਤੇ ਟੋਟਲ ਲਾਸ ਹੋਇਆ 10-15-20 ਪਿੰਡਾਂ 'ਚ। ਹੋਈ ਤਾਂ ਸਾਰੇ ਹੈ ਪਰ ਹੋਰ ਘੱਟ ਹੋਈ ਹੈ, ਪਰ ਇਹ ਕੋਈ ਮੁਆਵਜ਼ਾ ਨਹੀਂ ਦਿੱਤਾ। ਸਰਕਾਰ ਨੇ ਆਪਣਾ ਨੁਮਾਇੰਦਾ ਹੁੰਦਾ ਐਸਡੀਐਮ ਸਾਹਿਬ ਆਪ ਆ ਕੇ ਗਰਦੌਰੀ ਦੇ ਹੁਕਮ ਦੇ ਕੇ ਗਏ। ਸਾਨੂੰ ਹੁਣ ਗੁਪਤ ਸੂਚਨਾਵਾਂ ਮਿਲੀਆਂ ਕਿ ਪ੍ਰਸ਼ਾਸਨ ਨੇ ਤਾਂ ਗਰਦੌਰੀ ਵੀ ਸਹੀ ਨਹੀਂ ਕਰੀ। ਇਹ ਲੋਕਾਂ ਨੂੰ ਮਤਲਬ ਕਿ ਪਹਿਲੇ ਦਿਨ ਤੋਂ ਹੀ ਇਹ ਚਾਹੁੰਦੇ ਆ ਵੀ ਸਾਡੀ ਹੋਂਦ ਨੂੰ ਇਹ ਨਹੀਂ ਸਮਝਦੇ ਵੀ ਬੰਦੇ ਕੌਣ ਹੈ ਕੌਣ ਨਹੀਂ। ਜਦ ਕਿ ਸਰਕਾਰ ਦੇ ਕੋਲ ਜਿਹੜਾ ਇੱਕ ਫੰਡ ਰੱਖਿਆ ਜਾਂਦਾ ਬਕਾਇਦਾ ਤੌਰ ਤੇ, ਜਿਹਨੂੰ ਕਹਿੰਦੇ ਆ ਵੀ ਕੁਦਰਤੀ ਆਫਤ ਦਾ ਫੰਡ, ਉਹ ਰੱਖਿਆ ਜਾਂਦਾ, ਉਹ ਕਿੱਥੇ ਜਾਂਦਾ ਸਾਨੂੰ ਸਮਝ ਨਹੀਂ ਆਉਂਦੀ। ਲੋਕਾਂ ਦਾ ਲੱਖ 2-2 ਲੱਖ ਰੁਪਈਆ ਨੁਕਸਾਨ ਹੋਇਆ ਇਕੱਲੇ ਘਰ ਦਾ, ਇਹਨਾਂ ਨੂੰ ਇੱਕ ਚੁਆਨੀ ਨਹੀਂ ਹੁਣ ਤੱਕ ਦਿੱਤੀ। ਸੋ ਬੇਨਤੀ ਹੈ ਵੀ ਪ੍ਰਸ਼ਾਸਨ ਨੂੰ ਅਜੇ ਵੀ ਬੇਨਤੀ ਕਰਦੇ ਵੀ ਜਦ ਤੱਕ ਤੁਸੀਂ ਇਹਦਾ ਹੱਲ ਨਹੀਂ ਕਰਦੇ ਉਦੋਂ ਤੱਕ ਇਹ ਧਰਨਾ ਜਾਰੀ ਰਹੂਗਾ। ਲੋਕ ਕਿਸੇ ਨਾ ਕਿਸੇ ਰੂਪ ਵਿੱਚ, ਇਹ ਰੂਪ ਵਿੱਚ, ਕਿਸੇ ਬਦਲਵੇਂ ਰੂਪ ਵਿੱਚ, ਜਗ੍ਹਾ ਸਥਾਨ ਬਦਲਿਆ ਜਾ ਸਕਦਾ, ਰੂਪ ਬਦਲਿਆ ਜਾ ਸਕਦਾ, ਪਰ ਸੰਘਰਸ਼ ਜਾਰੀ ਰਹੂਗਾ। ਸਰ, ਜਿਸ ਤਰ੍ਹਾਂ ਅੱਜ ਦੇ ਦੌਰ ਦੇ ਵਿੱਚ ਹਰ ਇੱਕ ਵਰਗ ਹੈ ਜਿਹੜਾ ਸੜਕਾਂ ਉੱਤੇ ਧਰਨਿਆਂ ਦੇ ਵਿੱਚ ਬੈਠਾ ਹੈ, ਚਾਹੇ ਕਿਸਾਨੀ ਦੀ ਗੱਲ ਕਰ ਲਈਏ, ਚਾਹੇ ਵਪਾਰੀ ਦੀ ਗੱਲ ਕਰ ਲਈਏ, ਲੇਕਿਨ ਜਦੋਂ ਇਲੈਕਸ਼ਨਾਂ ਦਾ ਦੌਰ ਆਉਂਦਾ ਆਪਾਂ ਫਿਰ ਉਹੀ ਅਕਾਲੀ, ਕਾਂਗਰਸੀ, ਆਪ ਪਾਰਟੀਆਂ ਦੇ ਵੰਡੇ ਜਾਂਦੇ ਆ। ਕਿਆ ਇਸ ਵਾਰ ਜੋ 2022 ਦੀ ਇਲੈਕਸ਼ਨ ਉਸ ਦੇ ਵਿੱਚ ਵੀ ਉਹੀ ਨਤੀਜੇ ਦੇਖਣ ਨੂੰ ਮਿਲਣਗੇ? ਇਸ ਗੱਲ ਲਈ ਮੋਦੀ ਸਾਹਿਬ ਦਾ ਧੰਨਵਾਦ। ਪਿਛਲੇ 5 ਜੂਨ ਨੂੰ 1 ਸਾਲ ਹੋ ਜਾਣਾ ਕੱਲ੍ਹ ਨੂੰ, ਜਿਹੜੇ ਆਰਡੀਨੈਂਸ ਜਾਰੀ ਕੀਤੇ ਸੀ ਸਰਕਾਰ ਨੇ, ਉਹਨਾਂ ਨੇ ਇਹੀ ਜੀ ਸੰਰਚਨਾ ਕਰੀ ਹੈ ਲੋਕਾਂ ਦੀ ਚੇਤਨਾ ਦੇ ਵਿੱਚ। ਕੱਲੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਹੱਕ ਕਿਆ ਹੈ, ਸਾਨੂੰ ਕਿਆ ਚਾਹੀਦਾ। ਇਹ ਐਵੇਂ ਨਹੀਂ, ਮਤਲਬ ਕਿ ਲੋਕ ਤੰਗ ਸੀਗੇ ਪਹਿਲਾਂ ਵੀ, ਖੇਤੀ ਕਾਨੂੰਨਾਂ ਤੋਂ ਪਹਿਲਾਂ ਵੀ ਲੋਕ ਤੰਗ ਸੀ, ਖੁਦਕਸ਼ੀਆਂ ਕਰ ਰਹੇ ਸੀ, ਦਰਖਤਾਂ ਤੇ ਲਟਕ ਰਹੇ ਸੀ, ਜ਼ਹਿਰ ਦੇ ਪਿਆਲੇ ਪੀ ਰਹੇ ਸੀ। ਲੇਕਿਨ ਇਸ ਚੀਜ਼ ਨੇ ਐਸੀ ਸੱਟ ਮਾਰੀ, ਧੁੰਨੀ 'ਚ ਤੀਰ ਮਾਰਿਆ ਆ ਕੇ ਇਹ ਮੋਦੀ ਨੇ, ਤੇ ਉਹਦੇ ਨਾਲ ਸਾਰੇ ਜਾਗਰਤ ਹੋ ਗਏ, ਉੱਠ ਗਏ ਮੂਰਛਾ 'ਚੋਂ, ਜਿਹੜੀ ਮੂਰਛਤ ਲੋਕ ਪਏ ਸੀ। ਅਗਲੀ ਵਾਰ ਜਿਹੜੀ ਸਰਕਾਰ ਮਤਲਬ ਇਲੈਕਸ਼ਨ, ਦੇਖੋ ਇਲੈਕਸ਼ਨ ਤਾਂ ਹੋਣਾ ਹੀ ਹੈ, ਵੋਟਾਂ ਵੀ ਪੈਣੀਆਂ, ਪਰ ਉਹਨਾਂ ਦਾ ਸੀਨ ਮੈਨੂੰ ਲੱਗਦਾ ਪੰਜਾਬ 'ਚ ਵੱਖਰਾ ਹੋਊਗਾ। ਮੈਂ ਜਗਦੀਸ਼ ਮਸੀਹ, ਪ੍ਰੈਜ਼ੀਡੈਂਟ ਨੈਸ਼ਨਲ ਕ੍ਰਿਸਚੀਅਨ ਲੀਗ। ਮੈਂ ਵੀ ਇੱਕ ਕਿਸਾਨ ਦਾ ਪੁੱਤਰ ਹਾਂ। ਮੈਂ ਜਾਣਦਾ ਹਾਂ ਕਿ ਕਿਸਾਨੀ ਸਮੱਸਿਆਵਾਂ ਕੀ ਹਨ। ਮੈਂ ਅੱਜ ਦਾ ਜਿਹੜਾ ਧਰਨਾ ਦਿੱਤਾ ਜਾ ਰਿਹਾ, ਮੈਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਾ ਹਾਂ ਕਿ ਅਗਰ ਆਉਂਦੇ ਦਿਨਾਂ ਤੱਕ ਇਹਦਾ ਹੱਲ ਨਾ ਨਿਕਲਿਆ ਤੇ ਇਸ ਤੋਂ ਵੀ ਤਿੱਖਾ ਸੰਘਰਸ਼ ਹੋਏਗਾ। ਔਰ ਸੀਐਮ ਰੈਜ਼ੀਡੈਂਸ ਨੂੰ ਅਸੀਂ ਉਹਦਾ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰਕੇ ਇਹਦਾ ਘਿਰਾਓ ਕਰਾਂਗੇ, ਔਰ ਜਲਦੀ ਤੋਂ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਮੇਰੇ ਕਿਸਾਨ ਭਰਾਵਾਂ ਨੂੰ ਜੋ ਕਣਕ ਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ, ਉਹਦਾ ਮੁਆਵਜ਼ਾ ਦਿੱਤਾ ਜਾਵੇ। ਔਰ ਮੈਂ ਆਪਣੇ
ਜਥੇਬੰਦੀਆਂ ਦੇ ਪ੍ਰਧਾਨ ਸਾਹਿਬਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਹੁਣ ਸਮਾਂ ਬਹੁਤ ਨੇੜੇ ਆ ਚੁੱਕਾ ਵਾ, ਤੁਸੀਂ ਵੀ ਦੇਖ ਲਿਆ ਵਾ ਕਿ ਤੁਹਾਡੀ ਕਿਸੇ ਵੀ ਕਿਸਾਨ ਲੀਡਰ ਨੇ ਬਾਂਹ ਨਹੀਂ ਫੜੀ। ਇਹਨਾਂ ਦਾ ਪਿੰਡਾਂ ਵਿੱਚ ਵੜਨਾ ਬੰਦ ਕਰੋ ਔਰ ਆਪਣੇ ਤੁਹਾਡੇ ਚੰਗੇ ਲੀਡਰ ਨੇ, ਤੁਸੀਂ ਆਪਣੇ ਚੰਗੇ ਲੀਡਰ ਪੈਦਾ ਕਰਕੇ ਆਪਣੀ ਵਿਧਾਨ ਸਭਾ ਚੋਣਾਂ ਵਿੱਚ ਉਤਾਰੋ ਤਾਂ ਜੋ ਇਹ ਪੁਰਾਣਾ ਕਲੰਕ ਵਾ ਜਿਹੜਾ ਇਹਨੂੰ ਬਾਹਰ ਕੱਢਿਆ ਜਾਵੇ। ਔਰ ਸਾਰੇ ਕਿਸਾਨ ਵੀਰਾਂ ਨੂੰ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿੰਨਾ ਵੀ ਤੁਹਾਡੇ ਕੋਲ ਹੋ ਸਕੇ ਪਿੰਡਾਂ ਵਿੱਚ ਜਿੰਨੇ ਵੀ ਜਥੇਬੰਦੀ ਆਪਣੇ ਲੀਡਰ ਨੇ, ਸਿਆਸੀ ਲੀਡਰ ਨੇ, ਇਹਨਾਂ ਦਾ ਘਿਰਾਓ ਕੀਤਾ ਜਾਵੇ, ਇਹਨਾਂ ਪਿੰਡਾਂ ਵਿੱਚ ਵੜਨਾ ਬੰਦ ਕੀਤਾ ਜਾਵੇ। ਨਾਮ ਕੀ ਹੈ? ਅੱਜ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਧਰਨਾ ਦਿੱਤਾ ਗਿਆ ਹੈ ਤੇ ਤੁਹਾਨੂੰ ਕੀ ਜ਼ਰੂਰਤ ਪੈ ਗਈ ਜਿਹੜੀ ਤੁਸੀਂ ਸ਼ਮੂਲੀਅਤ ਕੀਤੀ ਹੈ? मेरा नाम है सिंपल नैयर। बेसिकली मैं एक टीचर हूँ और हम अपने स्कूल में और कॉलेजेस में और यूनिवर्सिटीज़ में बच्चों को पढ़ाते हैं कि जुल्म करना अगर पाप है तो जुल्म सहना भी पाप है। तो उसी मामले में मैं यहाँ पर आई हूँ, किसानों का साथ देने आई हूँ। अगर आज ये किसानों के साथ जुल्म हो रहा है तो मीन्स कि मतलब हर सोसाइटी में वो जो छोटे छोटे वर्ग हैं उनके साथ भी जुल्म हो रहा है। इनकी जीत मीन्स वो छोटे छोटे लोगों की भी जीत होगी। ठीक है, मैं यही कहना चाहूँगी जो लोग सो रहे हैं प्लीज़ उठिए और इन लोगों के साथ खड़े होइए, चाहे वो कोई भी वर्ग है, वकील है, डॉक्टर है, टीचर्स हैं, सबको इनके साथ खड़े होना चाहिए। बिकॉज जो हमारा 45 से 50% गेहूँ है वो हमारा पंजाब से ही जाता है। पंजाब इज़ द रिचेस्ट स्टेट इन आवर कंट्री। सो मैं यही कहना चाहूँगी, बार बार यही कह रही हूँ कि लोगों से अपील कर रही हूँ कि यहाँ पर मैक्सिमम से मैक्सिमम लोग आएँ और जो सरकार है, सो कॉल्ड सरकार है, दैट इज़ अमरिंदर सिंह की सरकार है, जिन्होंने इतने झूठे झूठे वादे कर 2017 में अपनी सरकार बनाई, बट अब 22 में भूल जाएं कि वो अपनी सरकार बनाएंगे, क्योंकि अब आम लोग को पता चल गया है कि उन्होंने किसी के लिए कुछ नहीं किया है। ये मुआवजा मांग रहे हैं, साल से भी ऊपर मुआवजा मांग रहे हैं, इनको मुआवजा नहीं मिला। अभी 2-3 महीने बाद कोड ऑफ कंडक्ट लग जाएगा, फिर वो फाइलें दब जाएंगी, फिर वो कहेंगे जी अगली सरकार आएगी, अब हमारी ट्रेजरी खाली हो गई है, देखेंगे। ये किसान फिर वैसे के वैसे रह जाएंगे। सिर्फ एक धरना देना मुझे नहीं लगता कोई सोल्यूशन है। जैसे भगत सिंह ने असेंबली में एक बॉम्ब फेंका था उनको नींद से उठाने के लिए, सो हमारी सरकार को एक इसी तरह के बॉम्ब की ज़रूरत है। जो मेरे यहाँ पे किसान हैं वो बनेंगे और मैं इस बार यही चाहती हूँ कि हमारे किसान वर्ग में से कोई लीडर खड़ा हो। ये जो लीडर आ जाते हैं भीख मांगने, वोटों की भीख मांगने, मीठे बन जाते हैं, ड्रामा दिखाते हैं इतने बड़े बड़े, वो ना हो। पंजाब के किसी भी शहर में, किसी भी पिंड में इन लीडर्स को घुसने ही ना दिया जाए। ये जत्थेबंदियाँ जो बनी हुई हैं इनमें से ही लीडर बन सकते हैं। और मैं बार बार बोल रही हूँ, पंजाब में बहुत ज़्यादा पोटेंशियल है, सिर्फ उसे एक मौका मिलने की ज़रूरत है। और हमारे किसान भाई अगर लीडर बन जाएं तो ये हमारा जो पंजाब है ये और भी खुशहाल हो जाएगा। जो छोटे छोटे 50-50 हज़ार लोन के पीछे लोग सुसाइड कर लेते हैं, किसान मर जाते हैं, फैमिलियाँ पीछे छोड़ जाते हैं, कम से कम वो नहीं होगा, क्योंकि ये लोग उसी वर्ग से उठेंगे और उनकी ज़रूरतों, उनकी प्रॉब्लम, उनकी तकलीफ़ को समझेंगे। देश की बैकबोन माने जाने वाला किसान आज सड़कों पर रोल रहा है। बिल्कुल। और दूसरी तरफ जो हमारे मुख्यमंत्री हैं पंजाब के, वो दल बदलने के चक्कर में दूसरे पार्टी के लीडरों के अपनी पार्टी में शामिल करने में लगे हुए हैं और इन किसानों की बात को सुनने के लिए तैयार नहीं। क्या कहना चाहते हैं? इस बार चाहे वो दल बदल लें, चाहे कोई भी पार्टी किसी भी पार्टी को छोड़ के आ जाए, बट मैं इतना जानती हूँ कि हमारे किसान वर्ग के जो लोग हैं वो उठ चुके हैं, वो जाग चुके हैं। उनको पता है कि इस बार उन्होंने इस तरह का कोई वोट देना ही नहीं है, चाहे वो कोई भी डिप्लोमेसी लेके आ जाएं, कोई फेक प्रॉमिसेस कर लें। जैसे उन्होंने गुटखा साहब उठा के झूठी झूठी कस्में खाई, नशा ख़त्म करेंगे, लोगों को नौकरियां देंगे। आप ये देखो कि किसान आज सड़कों पे रुल रहा है और क्या कर रहा है कैप्टन अमरिंदर सिंह? ही इज़ जस्ट स्लीपिंग एट हिज प्लेस, सो रहा है और कुछ नहीं कर रहा वो। सो इस बार उसको 2022 में अच्छा तमाचा पड़ेगा, चाहे पार्टी के, मैं कहती हूँ दिग्गज लीडर ही क्यों ना खड़े हो जाएं। पॉलिसी से ही वोट मिलेगी, अगर उनकी पॉलिसीज़ अच्छी नहीं है सो वोट मिलना तो बहुत मुश्किल है, इस बार तो बहुत मुश्किल है। ਬਾਬਾ ਜੀ ਬੜੋਦੀ ਟੋਲ ਪਲਾਜ਼ਾ ਤੇ ਜਾਮ ਲਗਾਇਆ ਹੋਇਆ ਹੈ, ਉਹਦੇ ਬਾਰੇ ਜਾਣਕਾਰੀ ਦੋਗੇ ਜੀ? ਤੁਸੀਂ ਵੀ ਪੁੱਜੇ ਹੋ ਇੱਥੇ ਜੀ। ਹਾਂਜੀ, ਜਾਣਕਾਰੀ ਤਾਂ ਅਸੀਂ ਆਪਣੀ ਤਕਲੀਫ ਨੂੰ ਦਿੱਤੀ ਜੀ। ਸਾਲ ਹੋ ਗਿਆ ਸਾਨੂੰ ਮੁਆਵਜ਼ਾ ਨਹੀਂ ਮਿਲਿਆ, फसल का नुकसान हो गया, चारा साढ़े पानी रहा, दाने मुल लेकर खाते, चूड़ी मुल लियांदी भी। असी वो करके जाम लाया, असी चौड़ी तो जाम नहीं लाया, सानू जो तकलीफ असी तां लाया सरकार खातर। ਕੀ ਲੱਗਦਾ ਸਰਕਾਰ ਤੁਹਾਡੀ ਗੱਲ ਸੁਣੂਗੀ ਜੀ?
ਅਸੀਂ ਤਾਂ ਸੁਣਾਉਣੇ ਖਾਤਰ ਖੜੇ ਆ, ਸੁਣਨਾ ਤਾਂ ਹੁਣ ਉਹਨਾਂ ਨੂੰ ਚਾਹੀਦਾ 22 ਦਾ ਇਲੈਕਸ਼ਨ ਆ ਗਏ, ਨਹੀਂ ਅਸੀਂ ਸੁਣਾ ਦੂੰਗੇ ਫਿਰ। ਕਿੱਕਣਾ ਸੁਣਾਉਂਗੇ ਜੀ ਤੁਸੀਂ 22 ਦੇ ਇਲੈਕਸ਼ਨ? ਸਾਰੇ ਪਤਾ ਹੈਗਾ, ਮੋਹਰ ਬਟਨ ਜਿਹੜੀ ਰਾਜਨੀਤਿਕ ਪਾਰਟੀ ਆ ਉਹ ਕਹਿੰਦੀ ਮੋਹਰਾਂ ਤਾਂ ਅਸੀਂ ਮੁੱਲ ਖਰੀਦ ਲੈਂਦੀਆਂ ਐਂਡ ਵਿੱਚ ਬੋਤਲਾਂ ਵੰਡ ਕੇ। ਹੈਗਾ ਬੋਤਲਾਂ ਪਰ ਤਾਂ ਥੋੜੇ ਬੰਦੇ ਹੁੰਨੇ, 10% ਵੋਟ ਤਾਂ ਜਿੱਥੇ ਪਾਉਣੀ ਮੰਨਣਾ ਉੱਥੇ ਪਾਉਣੀ ਹੈ। ਆਪਾਂ ਅਕਾਲੀ ਦਲ ਕਹਿੰਦਾ ਕਿ ਬਜ਼ੁਰਗ ਤਾਂ ਸਾਡੇ ਨਾਲ ਹੀ ਜੁੜਿਆ, ਕਹਿੰਦਾ ਅਕਾਲੀ ਦਲ ਦਾ ਇੱਕ ਵਾਰ ਆਪਾਂ ਨੇ ਪੱਟੀ ਪੜਾਉਣੀ ਆ, ਸਾਰੇ ਬਜ਼ੁਰਗ ਨਾਲ ਚੱਲ ਪੈਣੇ। ਮੈਂ ਅਕਾਲੀ ਦਲ ਗਏ, ਮੈਂ ਬਾਦਲ ਗਏ ਨਹੀਂ ਗਿਆ, ਤੂੰ ਕਹੇ ਅਕਾਲੀ ਦਲ ਸਾਰਾ ਅੰਮ੍ਰਿਤਸਰ ਹੈ, ਆਪਣੇ ਇਸ਼ਤਗੜ ਜੁੜੇ ਪਏ ਅਸੀਂ ਅਕਾਲੀ ਦਲ ਗਏ। ਜੇ ਤੁਸੀਂ ਕਹੇ ਵੀ ਬਾਦਲ ਦਾ ਅਕਾਲੀ ਦਲ ਕੋਈ ਨਹੀਂ ਹੈਗਾ, ਬਾਦਲ ਦਾ ਆਪਣਾ ਹੋਊਗਾ, ਸਾਰਾ ਅਕਾਲੀ ਦਲ ਅੰਮ੍ਰਿਤਸਰ ਹੈ। ਪਰ ਕਬਜ਼ਾ ਤਾਂ ਬਾਦਲ ਦਾ ਹੀ ਹੈ। ਠੀਕ ਆ, ਕਬਜ਼ਾ ਤਾਂ ਸਾਡੇ ਅਸੀਂ ਦਿੱਤਾ, ਕਸੂਰ ਸਾਡਾ ਹੈ। ਮਾਨ ਖੜਾ ਤੈਨੂੰ ਪਾਉਂਦੇ ਵੋਟਾਂ, 1920 ਖੜੀ ਤਾਂ ਅਕਾਲੀ ਦਲ ਉਹਨੂੰ ਪਾ ਦਿੰਦੇ ਵੋਟਾਂ, ਹੁਣ ਗਾਲਾਂ ਕੱਢਦੇ। ਅਕਾਲੀ ਦਲ 1920 ਕਹਿੰਦੀ ਸਾਡਾ ਹੈ, ਅਕਾਲੀ ਦਲ ਅੰਮ੍ਰਿਤਸਰ ਕਹਿੰਦੀ ਸਾਡਾ ਹੈ, ਫੈਸਲਾ ਤਾਂ ਅਕਾਲੀ ਦਲ ਬਾਦਲ ਕਹਿੰਦੀ ਸਾਡਾ ਹੈ। ਜਨਤਾ ਨੇ ਕਰਤਾ ਫੈਸਲਾ ਅਕਾਲੀ ਬਾਦਲ ਦਾ, ਹੁਣ ਗਾਲਾਂ ਕੱਢਦੇ। ਗਾਂ ਨੂੰ ਨਾ ਪਾਵਾਂ, ਨਿਸ਼ਾਨ ਤਾਂ ਬਦਲਦੇ ਰਹਿਣੇ, ਇਹਨਾਂ ਲੋਕਾਂ ਨੂੰ ਪਤਾ ਨਹੀਂ। 58 ਸਾਲ ਹੋ ਗਏ, ਸ਼ਾਇਦ ਤੈਨੂੰ ਵੀ ਨਾ ਪਤਾ ਹੋਵੇ। ਕਿਸਾਨੀ ਸੰਘਰਸ਼ ਚ ਕਾਫੀ ਮੈਂ ਦੱਸਦਾ ਤੈਨੂੰ, ਪਹਿਲਾ ਨਿਸ਼ਾਨ ਤਖੜੀ ਨਹੀਂ ਤਾਂ 58 ਸਾਲ ਹੋ ਗਏ, 50 ਤਾਂ ਜਦ ਚੰਡੀਗੜ੍ਹ ਬਣੀ, ਪ੍ਰਿਥਵੀ ਸਿੰਘ ਆਜ਼ਾਦ ਖੜਾ था ਜੈਪੁਰ ਦੇ ਮੁਕਾਬਲੇ ਮਾ, ਵੋਟ ਪਾਇਓ ਪੰਜੇ ਨੂੰ, ਤੱਕ ਦੋ ਪਿਰਛੀ ਗੰਜੇ ਨੂੰ। ਜਦ ਕਹਿੰਦੇ ਇਹਨਾਂ ਨੇ ਪੰਜਾ ਲੈ ਲਿਆ, ਕਾਂਗਰਸ ਨੇ ਅਸੀਂ ਤੱਕੜੀ ਲੈ ਲਈ। ਜਿਹੜਾ ਹੁਣ ਤੱਕੜੀ ਨੂੰ ਕਹਿੰਦੇ 13 ਤੋਲਦੀ ਹੈ ਜੀ, ਹੁਣ ਤਾਂ ਚੱਲ ਠੀਕ ਹੋ ਨਾ ਪੈ ਗਈ, 13 ਤੋਲੋ ਤਾਂ ਤੋਲਦੀ ਹੋ ਹੈ। ਉਮਰ ਤਾਂ ਹਾਇਓ ਜਾਓ ਨਾ ਭਾਈ, ਜਿੱਤ ਗਏ ਜਿਤਾਤੇ, ਸਾਰੀ ਗਲਤੀ ਹੈ। ਦਿੱਲੀ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡਾ ਤੁਸੀਂ ਯੋਗਦਾਨ ਪਾਇਆ ਤੇ ਸੜਕਾਂ ਦੇ ਉੱਤੇ ਰਹੇ ਵੀ ਹੋ, ਹੁਣ ਵੀ ਉੱਤੇ ਜਾਂਦੇ ਹੋ। ਜਿਸ ਤਰ੍ਹਾਂ ਮੋਦੀ ਸਰਕਾਰ ਨਹੀਂ ਸੁਣ ਰਹੀ, ਕੀ ਲੱਗਦਾ ਕਿ ਕੈਪਟਨ ਸਰਕਾਰ ਸੁਣ ਲੇਗੀ ਕਿਸਾਨਾਂ ਦੀ? ਹਾਂ ਤਾਂ ਇੱਕੋ, ਇਹ ਚੱਟੇ ਬੱਟੇ ਸਭ ਇੱਕੋ ਹੁੰਨੇ, ਪਰ ਜੇ ਨੱਕ ਮਾ ਦਮ ਦੇ ਦੇਵਾਂ ਪਰ ਸੁਣਨਾ ਵੀ ਪੈਂਦਾ। ਜੇ ਉਰੇ ਜਮੇ ਰਹੇ ਮੁਆਵਜ਼ਾ ਲੈ ਕੇ ਹਟੂਗੇ। ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਤਾਂ ਅਜੇ ਤੱਕ ਪੁੱਜਿਆ ਨਹੀਂ ਜੀ। ऐसा बहुत टाइम पे आ पुजूगा, 4 बजने 5 बजने महीने पुजू, तुझे हम नहीं पुजा, कल नू पुजू, 6 महीने नू पुजू, 2 नू पुजू। 6 ਮਹੀਨੇ ਤੋਂ ਉੱਤੇ ਤੁਸੀਂ ਦਿੱਲੀ ਦੀਆਂ ਸੜਕਾਂ ਤੇ ਬੈਠੇ ਹੋ, ਕਿਸ ਤਰ੍ਹਾਂ ਦਾ ਜੋਸ਼ ਆ? ਅੱਜ ਵੀ ਉਹ ਜਾਏ ਜੋਸ਼ ਆ ਜਾਂ ਕੁਝ ਢਿੱਲਾ ਲੱਗਦਾ? जोश कोई ढिला नहीं, मरते दम तक हुआ। अखबार पढ़ने रोज किसानों ने कहता भी जोगल जान में जान है, 20 साल 30 साल हिलूंगा नहीं, उन्हें तो जान दे के चलेंगे, खाली नहीं मुड़ूंगे। अज का अखबार पढ़ लो। 2022 ਦੀ ਇਲੈਕਸ਼ਨ ਨੇੜੇ ਆ ਰਹੀ ਹੈ, ਕਿਸ ਤਰ੍ਹਾਂ ਦੇਖਦੇ ਹੋ? ਕਿਸਾਨਾਂ ਨੂੰ ਆਪਣੀ ਪਾਰਟੀ ਬਣਾ ਕੇ ਚੱਲਣਾ ਚਾਹੀਦਾ ਜਾਂ ਫਿਰ ਇਹਨਾਂ ਰਵਾਇਤੀ ਪਾਰਟੀਆਂ ਦੇ ਮਗਰ ਲੱਗਣਾ ਚਾਹੀਦਾ? मैं तो कहना अपनी पार्टी बना के चलना चाहिए। ਤੇ ਲੀਡਰ ਕਿਹਨੂੰ ਚੁਣੋਗੇ ਆਪਣੇ ਏਰੀਆ ਦੇ ਵਿੱਚ? ਕਿਹੜਾ ਲੀਡਰ ਵਧੀਆ ਲੱਗਦਾ? ਲੀਡਰ ਤਾਂ ਹੁਣ ਮੈਂ ਕੱਲ ਸਲਾਹ ਚੁਣੂਗਾ, ਮੈਂ ਦੇਈ ਜਾਣਾ ਜਵਾਬ, ਸਭ ਦੀ ਸਲਾਹ ਚੁਣੂਗੇ। ਬਾਕੀ ਸਾਡਾ ਲੋਕ ਇੱਕ ਮਿਸ਼ਨ ਗਏ ਕਿ ਜੁੜੇ ਵੇ, ਇਹਨਾਂ ਦਾ ਸਲਾਹ ਕਰੂੰਗੇ। ਥਮਲੇ ਪਿੱਲਰ ਉਹਨਾਂ ਨੇ ਵੀ ਕੱਢੇ ਵੇ ਪਿੰਡਾਂ ਵਿੱਚ, ਉਹਨਾਂ ਨੇ ਵੀ 5 ਸਾਲ ਬਾਅਦ ਜਦੇ ਲੈਂਟਰ ਪਾ ਦੇਣਾ, ਪਿੰਡ ਆਦਮੀ ਇਕੱਠੇ ਪਏ ਉਹਨਾਂ ਨੇ। ਇਹੀ ਗੱਲ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਅਸੀਂ ਲੋਕਲ ਬੰਦਿਆਂ ਨੂੰ, ਜਿਹੜੇ ਦੇਸੀ ਬੰਦੇ ਉਹਨਾਂ ਨੂੰ ਟਿਕਟਾਂ ਦਵਾਂਗੇ, ਪਰ ਬਾਅਦ ਚ ਜਦੋਂ ਐਮਐਲਏ ਬਣ ਜਾਂਦੇ ਅੱਧੇ ਤੋਂ ਜ਼ਿਆਦਾ ਛਾਲਾ ਮਾਰ ਕੇ ਦੂਜੀ ਪਾਰਟੀ ਚਲੇ ਜਾਂਦੇ ਆ। ਲੱਗਦਾ ਨਹੀਂ ਜੇਕਰ ਕਿਸਾਨਾਂ ਨੇ ਅਲੱਗ ਪਾਰਟੀ ਬਣਾਈ ਤਾਂ ਅੱਧੇ ਤੋਂ ਜ਼ਿਆਦਾ ਫੇਰ ਦੂਜੀ ਪਾਰਟੀਆਂ ਛਾਲਾ ਮਾਰ ਦੂੰਗੇ? ਕਾਹਤੋਂ ਮਾਰ ਦੂੰਗੇ ਜੀ? ਤੈਨੂੰ ਵੀ ਤਾਂ ਮਿਲੂਗਾ। ਉਹ ਤਾਂ ਫਿਰ ਨਕਾਰਿਆ ਜਾਂਦਾ ਬੰਦਾ ਜਿਹੜਾ ਛਾਲ ਮਾਰਦਾ। ਵੀ ਅਗਲਾ ਕਹਿੰਦਾ ਮੈਂ ਐਮਐਲਏ ਬਣ ਗਿਆ, ਮੇਰੀ ਪੈਨਸ਼ਨ ਲੱਗ ਗਈ, ਮੁੜ ਕੇ ਰੋਲਾ ਪਾਈ ਜਾਓ ਜਿਹੜਾ ਪਾਣਾ। ਇਹ ਕੋਈ ਗੱਲ ਹੈ? ਇੱਜ਼ਤ ਵੀ ਬੰਦੇ ਦੀ ਹੁੰਦੀ ਹੈ। ਫਿਰ ਤਾਂ ਪੈਸਾ ਹੀ ਮੁੱਖ ਰੱਖ ਲਿਆ, ਪਾਰਟੀ ਦਾ ਕੁਝ ਨਾ ਹੋਈ। ਫਿਰ ਕੱਲ ਉਹ 3 ਐਮਐਲਏ ਨੇ ਜੁਆਇਨ ਕਰਿਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਨੇ ਸੀਗੇ ਕਾਂਗਰਸ। ਇਹ ਜਿਹੜਾ 5-7 ਹੈ ਨਾ ਪੰਜਾਬ ਦਾ, ਇਹਨਾਂ ਦਾ ਕਿੱਤਾ ਹੀ ਆਹੀ ਹੈ। ਜਿਹੜੇ ਨਵੇਂ ਉੱਠੂਗੇ ਉਹਨਾਂ में ਕੋਈ ਜਾਨ ਹੋਊਗੀ। ਇਹ ਨਵਾਂ ਹੀ ਓਏ ਕੌਣ? ਜਿਹੜੇ 2 ਹੋਰ ਸੀਗੇ ਨਾਮ ਆਮ ਆਦਮੀ ਪਾਰਟੀ ਵਾਲੇ नहीं थे नवे, ये भी चेले तो पहले चेयरमैन तो उठते आए पहला। ਜੇਕਰ ਤੁਹਾਨੂੰ ਕਿਸਾਨ ਪਾਰਟੀ ਵੱਲੋਂ ਇੱਥੇ ਉਮੀਦਵਾਰ ਐਲਾਨਿਆ ਜਾਂਦਾ, ਕਿਆ ਚੋਣ ਲੜੋਗੇ? हाँ मैं ला लूंगा। ਕਿੰਨੇ ਪੈਸੇ ਖਰਚੂਗੇ ਜੀ ਚੋਣਾਂ 'ਚ? ਕਿਉਂਕਿ ਕਹਿੰਦੇ ਵੀ ਚੋਣਾਂ ਲੜਨੀਆਂ ਤਾਂ ਕਰੋੜਾਂ ਰੁਪਏ ਲਾਣਾ ਪੈਂਦਾ। पैसे तो मेरे लोग नहीं दे जाने, ਬਾਹਰ ਮੈਜੋਰਟੀ किसान नहीं किन्ना संघर्ष चलता, उत्थों पैसे कौन दिंदा? पूरा समेत दे केले चलते, बर्फी चलती, सब कुछ लोड़ा कौन दिंदा? ਤੇ ਕੀ ਅਪੀਲ ਕੀ ਕਰਦੇ ਹੋ ਸਰਕਾਰਾਂ ਤੋਂ? अपील तो आई है भी साड़ा मुआवजा दिता जाए, बाकी असी अपने घर नहीं जावे।
ਇੱਕ ਅਸੀਂ ਖੈਰ ਨਹੀਂ ਮੰਗਦੇ, ਸਾਡਾ ਪੈਸਾ ਹੈ, ਅਸੀਂ ਟੈਕਸ ਦਿੰਦੇ। ਜਦ ਬਜਟ ਰੱਖਦੇ ਆਹ ਪੈਸਾ ਕਿਸ ਦਾ ਛੱਡ ਜਾਂਦਾ ਹੈ, ਕਿਸਦੀਆਂ ਮੈਸਾਂ ਜਲਦੀਆਂ ਹੈ, ਮੁਰਗੀ ਫਾਰਮ ਜਲਦਾ, ਕਿਸਦੀ ਫਸਲ ਦਾ ਨੁਕਸਾਨ ਹੁੰਦਾ, ਉਹ ਬਜਟ ਜੁਦਾ ਰੱਖ ਹੋਇਆ ਵਾ। ਇਹ ਸਰਕਾਰ ਦੇ ਨਹੀਂ ਰਹੀ। ਕੁਦਰਤੀ ਆਫਤਾਂ ਕਿ ਸਰਕਾਰ ਦੀ ਨੀਅਤ 'ਚ ਫਰਕ ਹੈ ਜੀ? ਉਹ ਨੀਚ 'ਚ ਫਰਕ ਹੈ, ਨੀਚ 'ਚ ਫਰਕ ਹੈ ਜਾਂਦਾ ਜਦ ਦਿੰਦੇ ਨਹੀਂ।